हेलो एवरीवन वेलकम टू द चैनल स्टडी विद पूजा। ਸੋ ਜੇ ਆਪਾਂ ਗੱਲ ਕਰਾਂਗੇ ਸੈੱਲ ਦੇ ਬਾਰੇ ਕਿ ਸੈੱਲ ਜੋ ਹੈ ਉਹ ਕੀ ਹੁੰਦਾ ਆ ਔਰ ਸੈੱਲ ਨੂੰ ਕਿਹਨੇ ਡਿਸਕਵਰ ਕੀਤਾ, ਸੈੱਲ ਦੇ ਅੰਦਰ ਕਿਹੜੇ ਕਿਹੜੇ ਪਾਰਟਸ ਪਾਏ ਜਾਂਦੇ ਆ। ਸੋ ਸਟਾਰਟ ਕਰਦੇ ਹਾਂ। ਜਿਹੜੀ ਫਿਗਰ ਹੈ, ਇਹ ਜਿਹੜੀ ਇਮੇਜ ਹੈ ਇਹ ਸੈੱਲ ਦੀ ਹੈ, ਠੀਕ ਹੈ। ਸੈੱਲ ਦੇ ਵਿੱਚ ਕਾਫੀ ਸਾਰੇ ਆਰਗੇਨਲੀਜ਼ ਔਰ ਪਾਰਟਸ ਪਾਏ ਜਾਂਦੇ ਆ। ਹੁਣ ਜਿੱਦਾਂ ਇਹ ਸੈੱਲ ਹੈ, ਸੈੱਲ ਦੇ ਅੰਦਰ ਨਿਊਕਲੀਅਸ ਹੈ, ਐਂਡੋਪਲਾਜ਼ਮਿਕ ਰੈਕਟੀਕੂਲਮ ਹੈ, ਗੋਲਜੀ ਐਪਰੇਟਸ ਹੈ, ਠੀਕ ਹੈ। ਹੁਣ ਆਪਾਂ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਨੈਕਸਟ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ। ਸੋ ਫਿਲਹਾਲ ਅੱਜ ਆਪਾਂ ਕਰਦੇ ਹਾਂ ਕਿ ਜਿਹੜਾ ਸੈੱਲ ਹੈ ਉਹਦੇ ਬਾਰੇ ਸਾਨੂੰ ਦੱਸਿਆ ਕਿੰਨੀ ਸੀ। ਸੋ ਸਭ ਤੋਂ ਪਹਿਲੇ ਹੈ ਇੰਟਰੋਡਕਸ਼ਨ ਆਫ ਸੈੱਲ। ਸੈੱਲ ਹੁਣ ਕੀ ਹੈ? ਸੈੱਲ ਇਜ਼ ਅ ਸਟਰਕਚਰ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਸੈੱਲ ਸਾਡੀ ਲਾਈਫ ਦਾ ਫੰਕਸ਼ਨਲ ਯੂਨਿਟ ਆ ਕਿ ਬੋਡੀ ਜਿਹੜੀ ਫੰਕਸ਼ਨ ਕਰਦੀ ਉਹ ਸੈੱਲ ਦੇ ਥਰੂ ਹੀ ਫੰਕਸ਼ਨ ਕਰਦੀ ਆ ਔਰ ਇਹਦੇ ਨਾਲ ਹੀ ਸਾਡੀ ਬੋਡੀ ਨੂੰ ਇੱਕ ਸਟਰਕਚਰ ਪ੍ਰੋਪਰ ਮਿਲਦਾ ਆ। ਨੈਕਸਟ ਹੈ ਕਿ ਰੋਬਰਟ ਹੁੱਕ ਫਸਟ ਇੰਗਲਿਸ਼ ਸਾਇੰਟਿਸਟ ਸੀ ਜਿਹਨੇ ਕਿ ਸਾਨੂੰ ਸੈੱਲ ਬਾਰੇ ਦੱਸਿਆ ਕਿ ਸੈੱਲ ਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ, ਹੈ ਨਾ। ਸੋ ਉਹਨੇ ਮਾਈਕਰੋਸਕੋਪ ਦੇ ਨੀਚੇ ਜਿਹੜਾ ਕੌਕ ਸੈੱਲ ਸੀ ਸਭ ਤੋਂ ਪਹਿਲੇ ਉਹਨੂੰ ਓਬਜ਼ਰਵ ਕੀਤਾ ਗਿਆ ਸੀ। ਟਰੀ ਦੇ ਕੌਕ ਸੈੱਲਸ ਜਿਹੜੇ ਸੀ ਉਹਨਾਂ ਨੂੰ ਸਭ ਤੋਂ ਪਹਿਲੇ ਦੇਖਿਆ ਗਿਆ ਸੀ ਕਿ ਜਿਹੜਾ ਸੈੱਲ ਹੁੰਦਾ ਉਹ ਬ੍ਰਿਕ ਟਾਈਪ ਦਿਖਾਈ ਦਿੰਦਾ ਹੈ। ਇਸ ਤਰੀਕੇ ਨਾਲ ਬ੍ਰਿਕਸ ਟਾਈਪ ਦਿਖਾਈ ਦਿੰਦੇ ਹੈਗੇ ਆ ਇਹ, ਔਰ ਇਹਨਾਂ ਦੇ ਮਿਡ ਦੇ ਵਿੱਚ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਹੈ। ਸੋ ਲੇਟਰ ਰੋਬਰਟ ਬਰਾਊਨ ਡਿਸਕਵਰਡ ਦਾ ਨਿਊਕਲੀਅਸ ਆਫ ਸੈੱਲ। ਰੋਬਰਟ ਹੁੱਕ ਨੇ ਕੀ ਦਿੱਤਾ ਸੀ? ਸੈੱਲ ਬਾਰੇ ਦੱਸਿਆ ਸੀ, ਠੀਕ ਹੈ। ਔਰ ਰੋਬਰਟ ਬਰਾਊਨ ਨੇ ਸਾਨੂੰ ਕੀ ਦੱਸਿਆ ਸੀ? ਨਿਊਕਲੀਅਸ ਬਾਰੇ। ਹੁਣ ਸੈੱਲ ਹੈ, ਸੈੱਲ ਦੇ ਮਿਡ 'ਚ ਜਿਹੜਾ ਪ੍ਰੈਜ਼ੈਂਟ ਹੁੰਦਾ ਆ, ਜਿਹਦੇ ਵਿੱਚ ਕਿ ਸਭ ਜੈਨੇਟਿਕ ਮਟੀਰੀਅਲ ਹੁੰਦਾ ਆ, ਕ੍ਰੋਮੋਸੋਮਸ ਪ੍ਰੈਜ਼ੈਂਟ ਹੁੰਦੇ ਆ, ਉਹਨੂੰ ਅਸੀਂ ਨਿਊਕਲੀਅਸ ਕਹਿੰਦੇ ਹਾਂ। ਨੈਕਸਟ ਹੈ ਸੈੱਲ ਥਿਊਰੀ। ਹੁਣ ਜਦੋਂ ਸੈੱਲ ਡਿਸਕਵਰ ਹੋ ਗਿਆ, ਸੈੱਲ ਦਾ ਨਿਊਕਲੀਅਸ ਡਿਸਕਵਰ ਹੋ ਗਿਆ, ਫਿਰ ਇਸ ਦੇ ਬੇਸ ਉੱਤੇ ਕੁਛ ਥਿਊਰੀਜ਼ ਕੱਢੀਆਂ ਗਈਆਂ ਸੈੱਲ ਨੂੰ ਲੈ ਕੇ ਅਤੇ ਉਹਨੂੰ ਅਸੀਂ ਕਹਿੰਦੇ ਹਾਂ ਸੈੱਲ ਥਿਊਰੀ। ਹੁਣ ਮੈਥਿਅਸ ਸ਼ੇਡਨ ਔਰ ਥਿਓਡੋਰ ਸ਼ਵਾਨ ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਸਾਨੂੰ ਸੈੱਲ ਥਿਊਰੀ ਬਾਰੇ ਦੱਸਿਆ। ਉਹਨਾਂ ਨੇ ਕੁਛ ਪੁਆਇੰਟਸ ਦੱਸੇ ਜਿੱਦਾਂ ਕਿ ਸੈੱਲ ਜਿਹੜਾ ਹੁੰਦਾ ਆ ਇਹ ਸਟਰਕਚਰਲ ਯੂਨਿਟ ਆ, ਫੰਕਸ਼ਨਲ ਯੂਨਿਟ ਆ। ਇਹ ਗੱਲਾਂ ਤਾਂ ਪਹਿਲਾਂ ਹੀ ਕਲੀਅਰ ਸੀ, ਬਟ ਰੁਡੋਲਫ ਵਿਰਕੋ ਨੇ ਬਾਅਦ ਵਿੱਚ ਥੋੜ੍ਹੀ ਹੋਰ ਰਿਸਰਚ ਕੀਤੀ ਅਤੇ ਇਸ ਥਿਊਰੀ ਨੂੰ ਮੋਡੀਫਾਈ ਕਰਕੇ ਕੀ ਕਿਹਾ ਕਿ ਜਿਹੜੇ ਆਰਗੇਨਿਜ਼ਮਸ ਹੁੰਦੇ ਆ ਉਹ ਪਹਿਲਾਂ ਤਾਂ ਬਣਦੇ ਹੈਗੇ ਸੈੱਲ ਦੇ ਨਾਲ, ਇਹ ਗੱਲ ਕਹੀ। ਦੂਸਰਾ ਕਿਹਾ ਕਿ ਸਟਰਕਚਰਲ ਔਰ ਫੰਕਸ਼ਨਲ ਯੂਨਿਟ ਆ, ਇਹ ਵੀ ਪਹਿਲਾਂ ਤੋਂ ਹੀ ਪਤਾ ਸੀ ਸਾਨੂੰ। ਥਰਡ ਇਹ ਦੱਸਿਆ ਗਿਆ ਕਿ ਜਿਹੜੇ ਸੈੱਲਸ ਆ, ਨਵੇਂ ਸੈੱਲਸ ਬਣਦੇ ਆ, ਉਹ ਪਹਿਲਾਂ ਤੋਂ ਐਗਜ਼ਿਸਟ ਕਰ ਰਹੇ ਸੈੱਲਸ ਤੋਂ ਹੀ ਅੱਗੇ ਬਣਦੇ ਹੈਗੇ ਆ, ਠੀਕ ਹੈ। ਮਤਲਬ ਕੋਈ ਵੀ ਸੈੱਲ ਬਣੇਗਾ ਉਹ ਪਹਿਲਾਂ ਤੋਂ ਹੀ ਪ੍ਰੈਜ਼ੈਂਟ ਸੈੱਲ ਤੋਂ ਅੱਗੇ ਡਿਵੀਜ਼ਨ ਦੇ ਕਰਕੇ ਬਣਿਆ ਹੋਇਆ ਆ, ਠੀਕ ਹੈ। ਉਹਨੂੰ ਅਸੀਂ ਕਹਿੰਦੇ ਹਾਂ ਕਿ ਪ੍ਰੀ ਐਗਜ਼ਿਸਟਿੰਗ ਸੈੱਲ, ਪਹਿਲਾਂ ਤੋਂ ਹੀ ਐਗਜ਼ਿਸਟ ਕਰ ਰਿਹਾ ਸੈੱਲ, ਉਹਦੇ ਤੋਂ ਅੱਗੇ ਡਿਵੀਜ਼ਨ ਦੇ ਥਰੂ ਨਵੇਂ ਸੈੱਲ ਬਣਦੇ ਆ। ਨੈਕਸਟ ਹੈ ਆਰਗੇਨਾਈਜੇਸ਼ਨ ਆਫ ਸੈੱਲ। ਸੈੱਲ ਦੇ ਵਿੱਚ ਕੀ ਕੀ ਆਰਗੇਨਾਈਜ਼ ਹੁੰਦਾ, ਕੀ ਕੀ ਪ੍ਰੈਜ਼ੈਂਟ ਹੁੰਦਾ ਆ। ਮੇਨ ਹੈ ਜਿੱਦਾਂ ਇੱਕ ਸੈੱਲ ਹੈ, ਸੈੱਲ ਦੀ ਪਲਾਜ਼ਮਾ ਮੈਮਬ੍ਰੇਨ। ਦੂਸਰਾ ਉਹਦੇ ਵਿੱਚ ਸਾਈਟੋਪਲਾਜ਼ਮ ਜਿਹੜਾ ਫਲੂਇਡ ਪ੍ਰੈਜ਼ੈਂਟ ਹੈ, ਠੀਕ ਹੈ। ਇਸ ਤੋਂ ਇਲਾਵਾ ਮਿਡ ਦੇ ਵਿੱਚ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ। ਇਹ ਜਿਹੜੇ ਪਾਰਟਸ ਆ ਇਹ ਇੰਪੋਰਟੈਂਟ ਹੈ, ਠੀਕ ਹੈ। ਸੋ ਸੈੱਲ ਦੇ ਦੋ ਮੇਜਰ ਪਾਰਟ ਆ, ਨਿਊਕਲੀਅਸ ਅਤੇ ਸਾਈਟੋਪਲਾਜ਼ਮ, ਠੀਕ ਹੈ। ਨਿਊਕਲੀਅਸ ਜਿਹੜਾ ਹੈਗਾ ਉਹ ਸਾਈਟੋਪਲਾਜ਼ਮ ਤੋਂ ਅਲੱਗ ਹੁੰਦਾ ਕਿ ਇਹਦੇ ਥਰੂ ਨਿਊਕਲੀਅਰ ਮੈਮਬ੍ਰੇਨ ਦੇ ਥਰੂ। ਹੁਣ ਅਗਰ ਇਹ ਨਿਊਕਲੀਅਸ ਪ੍ਰੈਜ਼ੈਂਟ ਆ ਤਾਂ ਨਿਊਕਲੀਅਸ ਦੇ ਆਸ-ਪਾਸ ਨਿਊਕਲੀਅਰ ਮੈਮਬ੍ਰੇਨ ਬਣੀ ਹੁੰਦੀ ਆ ਜਿਹੜੀ ਕਿ ਜੈਨੇਟਿਕ ਮਟੀਰੀਅਲ ਨੂੰ, ਅੰਦਰ ਕ੍ਰੋਮੋਸੋਮ ਨੂੰ ਬਾਹਰ ਵਾਲੇ ਸਾਈਟੋਪਲਾਜ਼ਮ ਤੋਂ ਅਲੱਗ ਕਰਦੀ ਆ। ਔਰ ਸਾਈਟੋਪਲਾਜ਼ਮ ਜਿਹੜਾ ਆ ਉਹ ਅਲੱਗ ਹੁੰਦਾ ਆ ਬਾਹਰ ਵਾਲੇ ਪਾਰਟ ਤੋਂ, ਕਿਹਦੇ ਥਰੂ ਅਲੱਗ ਹੁੰਦਾ? ਇਹ ਸਾਈਟੋਪਲਾਜ਼ਮਾ ਹੀ ਬਾਹਰ ਵਾਲਾ ਪਾਰਟ ਆ। ਹੁਣ ਇਹਨਾਂ ਦੋਨਾਂ ਨੂੰ ਅਲੱਗ ਕੌਣ ਕਰ ਰਹੀ ਆ? ਪਲਾਜ਼ਮਾ ਮੈਮਬ੍ਰੇਨ ਅਲੱਗ ਕਰ ਰਹੀ ਆ। ਸੋ ਆਲਸੋ ਕਾਲਡ ਪਲਾਜ਼ਮਾ ਮੈਮਬ੍ਰੇਨ। ਸੈੱਲ ਮੈਮਬ੍ਰੇਨ ਵੀ ਕਿਹਾ ਜਾਂਦਾ, ਪਲਾਜ਼ਮਾ ਮੈਮਬ੍ਰੇਨ ਵੀ ਇਹਨੂੰ ਕਿਹਾ ਜਾਂਦਾ ਆ। ਨੈਕਸਟ ਹੈ ਕਿ ਸਾਈਟੋਪਲਾਜ਼ਮ ਦੇ ਬੇਸਿਕ ਕੌਨਸਟੀਟਿਊਐਂਟਸ ਕੀ ਹੈਗੇ ਆ, ਮਤਲਬ ਸਾਈਟੋਪਲਾਜ਼ਮ ਦੇ ਵਿੱਚ ਕੀ ਕੀ ਪ੍ਰੈਜ਼ੈਂਟ ਹੁੰਦਾ? ਵਾਟਰ, ਆਇਨਸ, ਪ੍ਰੋਟੀਨ, ਲਿਪਿਡਸ ਐਂਡ ਕਾਰਬੋਹਾਈਡਰੇਟ। ਪਹਿਲੇ ਗੱਲ ਕਰਦੇ ਹਾਂ ਵਾਟਰ ਬਾਰੇ ਕਿ ਵਾਟਰ ਜਿਹੜਾ ਉਹ ਇੱਕ ਮਤਲਬ ਸੈੱਲ ਦੇ ਅੰਦਰ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਇੱਕ ਫਲੂਇਡ ਹੈਗਾ ਆ, ਠੀਕ ਹੈ। ਔਰ ਵਿਚ ਇਜ਼ ਪ੍ਰੈਜ਼ੈਂਟ ਇਨ ਦ ਮੋਸਟ ਆਫ ਸੈਲਸ ਐਕਸੈਪਟ ਫॉर द फैट सेल्स।
ਉਹ ਸੈਲਸ ਜਿਹੜੇ ਕਿ ਫੈਟ ਨਾਲ ਬਣੇ ਹੋਏ ਆ ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਵਾਟਰ ਜ਼ਿਆਦਾ ਪਾਇਆ ਜਾਂਦਾ ਔਰ ਇਹਦੀ ਕੰਸਨਟ੍ਰੇਸ਼ਨ ਹੁੰਦੀ ਹੈ 70 to 85% ਤੱਕ। ਨੈਕਸਟ ਹੈ ਆਇਨਸ ਪ੍ਰੈਜ਼ੈਂਟ ਹੁੰਦੇ ਆ। ਆਇਨਸ ਦੇ ਵਿੱਚ ਜਿੱਦਾਂ ਕਿ ਸੋਡੀਅਮ ਆਇਨ ਹੋ ਗਏ, ਪੋਟਾਸ਼ੀਅਮ ਆਇਨ ਹੋ ਗਏ ਨਾ। ਸੋ ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਆਇਨ, ਫੋਸਫੇਟ ਆਇਨ, ਸਲਫੇਟ ਔਰ ਬਾਈਕਾਰਬੋਨੇਟ ਆਇਨ ਪ੍ਰੈਜ਼ੈਂਟ ਹੁੰਦੇ ਆ। ਜ਼ਿਆਦਾ ਅਮਾਊਂਟ ਦੇ ਵਿੱਚ ਇਹ ਸਭ ਪ੍ਰੈਜ਼ੈਂਟ ਆ। ਸਮੋਲ ਅਮਾਊਂਟ ਦੇ ਵਿੱਚ ਸੋਡੀਅਮ ਔਰ ਕਲੋਰਾਈਡ ਔਰ ਕੈਲਸ਼ੀਅਮ ਆਇਨ, ਤਿੰਨੋਂ ਆਇਨ ਘੱਟ ਅਮਾਊਂਟ 'ਚ ਪ੍ਰੈਜ਼ੈਂਟ ਹੁੰਦੇ ਆ। ਨੈਕਸਟ ਹੈ ਪ੍ਰੋਟੀਨਸ। ਪ੍ਰੋਟੀਨ ਜਿਹੜੇ ਹੈਗੇ ਆ, ਵਾਟਰ ਸਭ ਤੋਂ ਜ਼ਿਆਦਾ ਆ, ਉਸ ਤੋਂ ਬਾਅਦ ਪ੍ਰੋਟੀਨ ਇੱਦਾਂ ਦੇ ਪਾਰਟ ਹੈਗਾ ਆ ਜਿਹੜਾ ਕਿ ਵਾਟਰ ਤੋਂ ਬਾਅਦ ਸਭ ਤੋਂ ਜ਼ਿਆਦਾ ਹੀ ਪਾਇਆ ਜਾਂਦਾ। ਸੋ 10 to 20% ਜਿਹੜਾ ਸੈੱਲ ਦਾ ਪਾਰਟ ਆ ਉਹ ਪ੍ਰੋਟੀਨ ਦੇ ਨਾਲ ਮਿਲ ਕੇ ਹੀ ਬਣਦਾ ਆ। ਪ੍ਰੋਟੀਨ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਸਟਰਕਚਰਲ ਪ੍ਰੋਟੀਨ, ਇੱਕ ਫੰਕਸ਼ਨਲ ਪ੍ਰੋਟੀਨ। ਦੋ ਤਰ੍ਹਾਂ ਦੇ ਇਹ ਪ੍ਰੈਜ਼ੈਂਟ ਹੁੰਦੇ ਆ ਸੈੱਲ ਦੇ ਅੰਦਰ। ਫਿਰ ਹੈ ਲਿਪਿਡਸ। ਲਿਪਿਡਸ ਤੋਂ ਫੈਟ ਅੱਗੇ ਬਣਦੀ ਆ ਨਾ। ਸੋ ਸਪੈਸ਼ਲੀ ਇੰਪੋਰਟੈਂਟ ਲਿਪਿਡਸ ਕਿਹੜੇ ਕਿਹੜੇ ਹੈਗੇ ਆ, ਇੱਕ ਫੋਸਫੋਲਿਪਿਡ ਹੈ, ਇੱਕ ਕੋਲੈਸਟਰੋਲ ਆ। ਠੀਕ ਹੈ, ਇਹ ਦੋਨੋਂ ਸੈੱਲ ਮਾਸ ਦਾ, ਸੈੱਲ ਦੇ ਪੂਰੇ ਪਾਰਟ ਦਾ 2% ਲਿਪਿਡਸ ਹੀ, ਕੋਲੈਸਟਰੋਲ ਔਰ ਫੋਸਫੋਲਿਪਿਡਸ ਹੀ ਪ੍ਰੈਜ਼ੈਂਟ ਹੁੰਦੇ ਆ। ਸੋ ਸਮ ਸੈਲਸ ਕੰਟੇਨ ਲਾਰਜ quantities of the triglycerides also called the neutral fat। ਕੁਛ ਹੱਦ ਤੱਕ ਇਹ ਵੀ ਪ੍ਰੈਜ਼ੈਂਟ ਹੁੰਦੀ ਹੈ, ਟਰਾਈਗਲਿਸਰਾਈਡਸ ਵੀ ਵਿੱਚ ਪ੍ਰੈਜ਼ੈਂਟ ਹੁੰਦੇ ਆ। ਫਿਰ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਜੋ ਹੈ ਇਹ ਥੋੜ੍ਹੀ ਅਮਾਊਂਟ ਦੇ ਵਿੱਚ ਸੈੱਲ ਦੇ ਅੰਦਰ ਪ੍ਰੈਜ਼ੈਂਟ ਹੁੰਦੀ ਹੈ ਔਰ ਦੇ ਹੈਵ ਦ ਲਿਟਲ ਸਟਰਕਚਰਲ ਫੰਕਸ਼ਨਲ ਇਨ ਦ ਸੈੱਲ ਐਕਸੈਪਟ ਐਜ਼ ਪਾਰਟਸ ਆਫ ਦ ਗਲਾਈਕੋਪ੍ਰੋਟੀਨ ਮੋਲੀਕਿਊਲਸ ਬਟ ਪਲੇ ਅ ਮੇਜਰ ਰੋਲ ਇਨ ਦ ਨਿਊਟ੍ਰੀਸ਼ਨ ਆਫ ਦ ਸੈੱਲ। ਸੈੱਲ ਦੀ ਨਿਊਟ੍ਰੀਸ਼ਨ ਦੇ ਵਿੱਚ ਇਹਦਾ ਕਾਫੀ ਇੰਪੋਰਟੈਂਟ ਰੋਲ ਹੁੰਦਾ, ਸੈੱਲ ਨੂੰ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਹੈਗੇ ਆ ਇਹ, ਔਰ ਸਿਰਫ 1% ਹੀ ਟੋਟਲ ਸੈੱਲ ਮਾਸ ਦਾ ਇਹ ਪ੍ਰੈਜ਼ੈਂਟ ਹੁੰਦਾ ਆ। ਹੁਣ ਸੈੱਲ ਜਿਹੜੇ ਹੈਗੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਯੂਕੈਰੀਓਟਿਕ ਸੈਲਸ, ਇੱਕ ਹੁੰਦੇ ਪ੍ਰੋਕੈਰੀਓਟਿਕ ਸੈਲਸ। ਯੂਕੈਰੀਓਟਿਕ ਸੈਲਸ ਬਾਰੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਉਹ ਸੈਲਸ ਜਿਹੜੇ ਜਿਨ੍ਹਾਂ ਦੇ ਵਿੱਚ ਸੈੱਲ ਆਰਗੇਨਿਲੀਜ਼ ਸਭ ਪ੍ਰੈਜ਼ੈਂਟ ਹੁੰਦੀਆਂ, ਉਹਦੇ ਨਾਲ ਨਾਲ ਜਿਹੜਾ ਸੈੱਲ ਦਾ ਨਿਊਕਲੀਅਸ ਹੈ ਉਹ ਉਹਦੇ ਵਿੱਚ ਜਿਹੜਾ ਜੈਨੇਟਿਕ ਮੈਟੀਰੀਅਲ ਆ ਉਹ ਕਵਰ ਹੁੰਦਾ ਆ। ਠੀਕ ਹੈ, ਸੋ ਜਿਹੜੀ ਨਿਊਕਲੀਅਰ ਮੈਮਬ੍ਰੇਨ ਹੈਗੀ ਉਹ ਜੈਨੇਟਿਕ ਮੈਟੀਰੀਅਲ ਨੂੰ ਬਾਕੀ ਸਾਈਟੋਪਲਾਜ਼ਮ ਤੋਂ ਅਲੱਗ ਕਰਦੀ ਆ, ਉਹਨੂੰ ਆਪਾਂ ਯੂਕੈਰੀਓਟਿਕ ਸੈੱਲ ਕਹਿੰਦੇ ਹਾਂ। ਟਰੂ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਇਹਦੇ ਵਿੱਚ। ਪ੍ਰੋਕੈਰੀਓਟਿਕ ਸੈੱਲ 'ਚ ਜੈਨੇਟਿਕ ਮੈਟੀਰੀਅਲ ਸੈੱਲ ਦੇ ਵਿੱਚ ਇੱਦਾਂ ਹੀ ਮੂਵ ਕਰਦਾ ਰਹਿੰਦਾ ਬਿਨਾਂ ਨਿਊਕਲੀਅਸ ਤੋਂ। ਠੀਕ ਹੈ, ਉਹਨੂੰ ਆਪਾਂ ਪ੍ਰੋਕੈਰੀਓਟਿਕ ਸੈੱਲ ਕਹਿ ਦਿੰਦੇ ਹੈਗੇ ਹਾਂ। ਸੋ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਯੂਕੈਰੀਓਟਿਕ ਸੈਲਸ ਬਾਰੇ। ਪ੍ਰੋਕੈਰੀਓਟਿਕ ਸੈਲਸ ਬਾਰੇ ਆਪਾਂ ਪਹਿਲਾਂ ਵੀ ਕਰ ਚੁੱਕੇ ਹੈਗੇ ਹਾਂ ਪਿਛਲੀ ਵੀਡੀਓ ਦੇ ਵਿੱਚ, ਤੁਸੀਂ ਉੱਪਰ ਵੀ ਇਹਦੇ ਬਾਰੇ ਦੇਖ ਸਕਦੇ ਹੋ। ਸੋ ਥੈਂਕ ਯੂ ਸੋ ਮਚ।